हेलो गुड मॉर्निंग स्टूडेंट। ਆਪਾਂ ਨੂੰ ਯਾਦ ਹੈ ਕਿ मैंने लास्ट टाइम मैंने फर्स्ट चैप्टर शुरू करवाया ਸੀ चैप्टर नंबर 1 लिविंग वर्ड। ठीक है, ਹੁਣ ਇਹਦੇ ਵਿੱਚ ਨਾ ਬੱਚੇ ਮੈਨੇ ਜਿਹੜੀ ਆ PDF ਤੁਹਾਨੂੰ ਦਿਖਾ ਰਹੀ ਹੈ, ਇਹਦੇ ਵਿੱਚ ਜਿਹੜੀ ਮੈਨੇ ਗ੍ਰੀਨ ਕਲਰ ਦੀ ਲਾਈਨ ਮਾਰੀ ਵੀ ਹੈ ਉਹੀ ਇੰਪੋਰਟੈਂਟ ਬਹੁਤ ਇੰਪੋਰਟੈਂਟ ਲਾਈਨਸ ਹੈ ਅਤੇ ਉਸਨੂੰ ਕਰਨਾ ਹੈ। ਅਤੇ ਇੱਦਾਂ ਵੀ ਨਹੀਂ ਹੈਗਾ ਕਿ ਸਾਰਾ ਬੁੱਕ ਵੀ ਨਾ ਪੜ੍ਹੋ, ਇਕੱਲੀ ਗ੍ਰੀਨ ਪੜ੍ਹ ਲਓ। ਨੋ, ਤੁਸੀਂ ਸਾਰਾ ਕੁਝ ਪੜ੍ਹਨਾ ਇਸ ਦੇ ਅੰਦਰ। ਠੀਕ ਹੈ, ਬਟ ਕਰਨਾ ਤੁਸੀਂ ਗ੍ਰੀਨ ਵਾਲਾ ਕੰਮ ਹੈ, ਪਰ ਪੜ੍ਹਨਾ ਤੁਸੀਂ ਸਾਰਾ ਕੁਛ ਹੈ। ਕਲੀਅਰ ਹੈ। ਸੋ ਬੇਸਿਕਲੀ ਆਪਾਂ ਹੁਣ ਸਟਾਰਟ ਕਰਦੇ ਹਾਂ। ਜਿਵੇਂ ਹੁਣ ਲਿਵਿੰਗ ਦਾ ਸੀਗਾ, ਆਹ ਸਾਰੀ ਆਪਾਂ ਨੇ ਪਿੱਛੇ ਗੱਲ ਪੜ੍ਹ ਚੁੱਕੇ ਹਾਂ ਆਪਾਂ। ਲਿਵਿੰਗ ਕੀ ਹੁੰਦੇ ਨੇ, ਉਹਨਾਂ ਦੀ ਸਾਰੀ ਕਰੈਕਟਰਿਸਟਿਕਸ ਕੀ ਹੁੰਦੀਆਂ ਨੇ। ਅੱਜ ਆਪਾਂ ਨੇ ਸਟਾਰਟ ਕਰਨਾ ਹੈ ਡਾਇਵਰਸਿਟੀ ਇਨ ਦਾ ਲਿਵਿੰਗ ਵਰਲਡ। ਬੱਚੇ ਇਹ ਸਾਰੀ ਕਹਾਣੀ ਹੈ। ਇਹਦੇ ਵਿੱਚ ਜਸਟ ਇਹਨਾਂ ਨੇ ਕੀ ਕਿਹਾ ਹੈ, ਇਹਨਾਂ ਨੇ ਕਿਹਾ ਹੈਗਾ ਕਿ ਕਹਿੰਦੇ ਕਿ ਜਿਵੇਂ ਆਪਣੇ ਸੰਸਾਰ ਦੇ ਅੰਦਰ ਕਹਿੰਦੇ ਕਿ ਬਹੁਤ ਸਾਰੀ ਸਪੀਸ਼ੀਜ਼ ਨੇ, ਬਹੁਤ ਸਾਰੀ ਸਪੀਸ਼ੀਜ਼। ਹੁਣ ਬੱਚੇ ਸਪੀਸ਼ੀਜ਼ ਦਾ ਕੀ ਮਤਲਬ ਹੁੰਦਾ, ਸਪੀਸ਼ੀਜ਼ ਹੁੰਦਾ ਕੀ, ਆਹ ਵਰਡ ਸਪੀਸ਼ੀਜ਼ ਦਾ ਕੀ ਮਤਲਬ ਹੈ। ਹੁਣ ਤੁਸੀਂ ਡੋਗ ਹੋ, ਮਤਲਬ ਜਿਵੇਂ ਡੋਗ ਹੈ, ਡੋਗ ਨੂੰ ਡੋਗ ਹੀ ਕਹਾਂਗੇ। ਠੀਕ ਹੈ, ਮਤਲਬ ਕੈਟ ਹੈ, ਕੈਟ ਨੂੰ ਕੈਟ ਹੀ ਕਹਾਂਗੇ। ਠੀਕ ਹੈ, ਹੁਣ ਜਿਹੜੀ ਕੈਟ ਹੈ ਉਹ ਕੈਟ ਹੀ ਪੈਦਾ ਕਰੇਗੀ, ਡੋਗ ਹੀ ਪੈਦਾ ਕਰੇਗਾ, ਹਿਊਮਨ ਬੀਇੰਗ ਨੂੰ ਹੀ ਪੈਦਾ ਕਰੇਗਾ। ਤਾਂ ਇਸ ਤਰ੍ਹਾਂ ਦੀ ਜਿਹੜਾ ਆਪਣੇ ਪਾਸ ਹੁੰਦੀ ਹੈ ਉਸਨੂੰ ਆਪਾਂ ਬੋਲਦੇ ਹਾਂ ਸਪੀਸ਼ੀਜ਼। ठीक है, species it is defined as which reproduce ਇਹਨੂੰ ਤੁਸੀਂ ਕਿਵੇਂ ਲਿਖੋਗੇ, species it is defined, what is species? ठीक है, it is defined as the organism which have ability to produce young ones of their own kind। ਸਪੀਸ਼ੀਜ਼ ਨੂੰ ਕਹਿੰਦੇ ਆਪਾਂ ਡਿਫਾਈਨ ਕਰ ਸਕਦੇ ਹਾਂ ਕਿ ਉਹ ਔਰਗੈਨਿਜ਼ਮ ਵਿਚ हैव ability to produce मतलब कि पैदा करना, टू प्रोड्यूस द यंग वनस ऑफ देयर ओन काइंड। ਹੁਣ ਜਿਵੇਂ ਮੈਨ ਹੈ ਤਾਂ ਮੈਨ ਹੀ ਮਨੁੱਖ ਨੂੰ ਹੀ ਪੈਦਾ ਕਰੇਗਾ, ਉਸਨੂੰ ਆਪਾਂ ਬੋਲਦੇ ਹਾਂ ਸਪੀਸ਼ੀਜ਼। ਕਲੀਅਰ ਹੈ। ਸੋ ਦੇਖੋ ਇਹਦੇ ਵਿੱਚ ਲਿਖਾਂਗੇ ਦ ਨੰਬਰ ਆਫ ਸਪੀਸ਼ੀਜ਼ ਦੈਟ ਆਰ ਨੋਨ ਐਂਡ ਡਿਸਕ੍ਰਾਈਬ ਦ ਰੇਂਜ। ਤਾਂ ਇਹਨਾਂ ਨੇ ਗੱਲ ਕਹੀ ਹੈ ਕਿ ਆਪਣੇ ਸੰਸਾਰ ਦੇ ਵਿੱਚ 1.7 ਤੋਂ ਲੈ ਕੇ 1.8 ਮਿਲੀਅਨ ਸਪੀਸ਼ੀਜ਼ ਪ੍ਰੈਜ਼ੈਂਟ ਹੁੰਦੀਆਂ, ਜਿਨ੍ਹਾਂ ਨੂੰ ਆਪਾਂ ਬਾਇਓਡਾਇਵਰਸਿਟੀ ਦਾ ਨਾਮ ਕਹਿ ਦਿੰਦੇ ਹਾਂ। ਸੋ ਵਟ ਇਜ਼ ਦ ਵਰਡ ਬਾਇਓਡਾਇਵਰਸਿਟੀ? ਇੱਕ ਹੁੰਦਾ ਇਹਦੇ ਵਿੱਚ ਵਟ ਇਜ਼ ਸਪੀਸ਼ੀਜ਼ ਐਂਡ ਵਟ ਇਜ਼ ਬਾਇਓਡਾਇਵਰਸਿਟੀ। ਬਾਇਓਡਾਇਵਰਸਿਟੀ ਕੀ ਹੁੰਦਾ ਹੈ, ਦ ਨੰਬਰ ਐਂਡ ਦ ਟਾਈਪ ਆਫ ਔਰਗੈਨਿਜ਼ਮ ਪ੍ਰੈਜ਼ੈਂਟ ਔਨ ਦ ਅਰਥ। ਉਸ ਤੋਂ ਆਪਾਂ ਕੀ ਬੋਲਦੇ ਹਾਂ, ਬਾਇਓਡਾਇਵਰਸਿਟੀ। ਦ ਨੰਬਰ ਐਂਡ ਦ ਟਾਈਪ ਆਫ ਔਰਗੈਨਿਜ਼ਮਸ ਦੈਟ ਪ੍ਰੈਜ਼ੈਂਟ ਔਨ ਦ ਅਰਥ, ਦੈਟ ਇਜ਼ ਨੋਨ ਐਜ਼ ਬਾਇਓਡਾਇਵਰਸਿਟੀ। ਸੋ ਵੀ ਸ਼ੁੱਡ ਰਿਮੈਂਬਰ ਹੀਅਰ ਦੈਟ ਵੀ ਆਰ ਐਕਸਪੋਜ਼ਰ, ਮਤਲਬ ਇਹਦੇ ਵਿੱਚ ਇਹ ਸਾਰੀ ਗੱਲਾਂ ਹੀ ਹੈ। ਮੇਨ ਕਹਾਣੀ ਕੀ ਹੈ, ਵਟ ਇਜ਼ ਦ ਸਪੀਸ਼ੀਜ਼ ਐਂਡ ਵਟ ਇਜ਼ ਬਾਇਓਡਾਇਵਰਸਿਟੀ। ਸਪੀਸ਼ੀਜ਼ ਕੀ ਹੁੰਦੀਆਂ, ਉਹ ਮਤਲਬ ਉਹ ਜਾਤੀ, ਦ ਔਰਗੈਨਿਜ਼ਮਸ ਵਿਚ ਪ੍ਰੋਡਿਊਸਡ ਯੰਗ ਵਨਸ ਆਫ ਦੇਅਰ ਓਨ ਕਾਈਂਡ। ਐਂਡ ਸੈਕਿੰਡ ਥਿੰਗ ਆਪਾਂ ਲਿਖਾਂਗੇ ਕਿ ਕਹਿੰਦੇ ਕਿ ਜਿਵੇਂ ਇਹਨਾਂ ਨੇ ਕਿਹਾ ਹੈਗਾ ਕਿ ਜਿਵੇਂ ਏਰੀਆ ਹੋ ਗਿਆ, ਓਲਡ ਵਨ ਏਰੀਆ ਹੋ ਗਿਆ, ਨਿਊ ਔਰਗੈਨਿਜ਼ਮਸ ਹੋ ਗਏ, ਇਹ ਸਾਰੀ ਚੀਜ਼ ਮਤਲਬ ਕਿ ਇਹ ਸਾਰੀ ਚੀਜ਼ ਡਾਇਵਰਸਿਟੀ ਨੂੰ ਰਿਕਗਨਾਈਜ਼ ਕਰਦੀ ਹੈ। ਮਤਲਬ ਵਾਟ ਇਜ਼ ਡਾਇਵਰਸਿਟੀ? ਡਾਇਵਰਸਿਟੀ ਹੁੰਦੀ ਜਿੱਥੇ ਬਹੁਤ ਸਾਰੀ ਮਾਤਰਾ ਦੇ ਵਿੱਚ ਕੀ ਹੋਵੇ। ਜਿਵੇਂ ਹੁਣ ਫੋਰ ਐਗਜ਼ਾਮਪਲ ਦੱਸਦੀ ਹਾਂ, ਜਿਵੇਂ ਹੁਣ ਜੰਗਲ ਹੈ, ਜੰਗਲ ਦੇ ਵਿੱਚ ਐਨੀਮਲਸ ਵੀ ਹੁੰਦੇ ਨੇ, ਹੈ ਨਾ। ਜੰਗਲ ਦੇ ਵਿੱਚ ਹਰ ਤਰ੍ਹਾਂ ਦੇ ਐਨੀਮਲਸ ਹੈ, ਹਰ ਤਰ੍ਹਾਂ ਦੇ ਜਾਨਵਰ ਹੈ, ਦਰਖਤ ਵੀ ਹੈ, ਡਿਫਰੈਂਟ ਤਰ੍ਹਾਂ ਦੇ ਦਰਖਤ ਵੀ ਹੈ, ਹਰ ਤਰ੍ਹਾਂ ਦੀ ਸਭ ਕੁਛ ਮਿਲ ਰਿਹਾ ਤੁਹਾਨੂੰ ਉੱਥੇ, ਖਾਣਾ ਪੀਣਾ ਸਭ ਕੁਛ। ਤਾਂ ਦੈਟ ਮੀਨਸ ਉੱਥੇ ਕਿ ਬਾਇਓਡਾਇਵਰਸਿਟੀ ਜ਼ਿਆਦਾ ਹੈ। ਤਾਂ ਸਮਝੋ ਬਾਇਓਡਾਇਵਰਸਿਟੀ ਦਾ ਕੀ ਮਤਲਬ ਹੋਇਆ। ਠੀਕ ਹੈ, ਜਿੱਥੇ ਬੱਚੇ ਵਰਡ ਬਾਇਓ ਆ ਜਾਏਗਾ, ਬਾਇਓ ਦਾ ਮਤਲਬ ਆਪਾਂ ਗੱਲ ਕਰ ਰਹੇ ਲਿਵਿੰਗ ਔਰਗੈਨਿਜ਼ਮਸ ਦਾ। ਠੀਕ ਹੈ, ਡਾਇਵਰਸਿਟੀ ਦਾ ਮਤਲਬ ਹੁੰਦਾ ਕਿ ਬਹੁਤ ਜ਼ਿਆਦਾ ਖਿਲਰੀ ਹੋਇਆ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੁੰਦਾ ਕਿ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਕਿ ਕਿੰਨੇ ਜ਼ਿਆਦਾ ਜੀਵ ਜੰਤੂ ਰਹਿੰਦੇ ਨੇ,
ਉਹ ਕੀ ਆਪਾਂ ਰਿਕਗਨਾਈਜ਼ ਕਰਾਂਗੇ ਬਾਇਓਡਾਇਵਰਸਿਟੀ। ਉਸ ਤੋਂ ਬਾਅਦ ਕਹਿੰਦੇ ਦ ਨੇਮਿੰਗ ਆਫ ਲਿਵਿੰਗ ਔਰਗੈਨਿਜ਼ਮ ਸਚ ਐਜ਼ ਪਰਟੀਕੁਲਰ ਔਰਗੈਨਿਜ਼ਮ ਇਜ਼ ਨੋਨ ਬਾय ਦ ਸੇਮ ਨੇਮ ਆਲ ਓਵਰ ਦ ਵਰਲਡ ਦੈਟ ਇਜ਼ ਨੋਨ ਐਜ਼ ਨੋਮਨਕਲੇਚਰ। ਹੁਣ ਸਿੰਪਲ ਜੀ ਗੱਲ ਹੈ, ਕਹਿੰਦੇ ਕਿ ਤੁਸੀਂ ਸਿੱਧੀ ਜੀ ਗੱਲ ਹੈ, ਤੁਹਾਨੂੰ ਮੈਂ ਸਪੀਸ਼ੀਜ਼ ਦੱਸਦਾ, ਤੁਹਾਨੂੰ ਬਾਇਓਡਾਇਵਰਸਿਟੀ ਦੱਸਦੀ। ਹੁਣ ਆਪਣੇ ਸੰਸਾਰ ਦੇ ਵਿੱਚ ਕਿੰਨੇ ਸਾਰੇ ਜੀਵ ਜੰਤੂ ਰਹਿੰਦੇ ਆ, ਬਹੁਤ ਸਾਰੇ ਜੀਵ ਜੰਤੂ ਰਹਿੰਦੇ ਨੇ ਨਾ, ਤਾਂ ਉਹਨਾਂ ਦੇ ਅਗਰ ਆਪਾਂ ਨੂੰ ਨਾਮ ਹੀ ਨਾ ਪਤਾ ਹੁੰਦਾ ਫਿਰ ਕੀ ਫਾਇਦਾ, ਹੈ ਨਾ। ਆਪਾਂ ਨੂੰ ਜਿਹੜਾ ਨਾਮ ਹੈ, ਤਾਂ ਕਹਿੰਦੇ ਕਿ ਕਿਸੇ ਐਨੀਮਲਸ ਨੂੰ ਮਤਲਬ ਕਿਸੇ ਨੂੰ ਵੀ ਕਿਸੇ ਐਨੀਮਲ ਨੂੰ ਨਾਮ ਦੇਣਾ, ਠੀਕ ਹੈ, ਉਹਨੂੰ ਆਪਾਂ ਬੋਲਦੇ ਨੋਮਨਕਲੇਚਰ। ਸਮਝ ਗਏ। ਹੁਣ ਤੁਹਾਡੇ ਘਰਦਿਆਂ ਨੇ ਤੁਹਾਡਾ ਨਾਮ ਦਿੱਤਾ ਇੱਕ ਪਰਟੀਕੂਲਰ, ਠੀਕ ਹੈ, ਇਹਦਾ ਮਤਲਬ ਉਹ ਨੋਮਨਕਲੇਚਰ ਹੈ, ਠੀਕ ਹੈ। ਤਾਂ ਹੁਣ ਜਿਵੇਂ ਹੁਣ ਡਿਫਰੈਂਟ ਹੁਣ ਸਾਇੰਟਿਸਟ ਇਹ ਕਹਿੰਦੇ ਨੇ ਕਿ ਬਈ ਸੰਸਾਰ ਦੇ ਵਿੱਚ ਇੰਨੇ ਸਾਰੇ ਜੀਵ ਜੰਤੂ ਨੇ, ਇੰਨੇ ਸਾਰੇ ਐਨੀਮਲਸ ਨੇ, ਉਹਨਾਂ ਨੂੰ ਨਾਮ ਦੇਣਾ ਤਾਂ ਜ਼ਰੂਰੀ ਹੈ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਆਪਣੀ ਮਤਲਬ ਮੀਟਿੰਗ ਰੱਖੀ ਜਿਹਦੇ ਵਿੱਚ ਕੀ ਹੈ ਬਹੁਤ ਸਾਰੇ ਜੀਵ ਜੰਤੂਆਂ ਦੇ ਨਾਮ ਰੱਖੇ ਗਏ ਕਿ ਜਿਹੜੇ ਪੂਰੇ ਸੰਸਾਰ ਦੇ ਵਿੱਚ ਉਹੀ ਹੀ ਵਰਤੇ ਜਾਣਗੇ। ਹੁਣ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਆਪਾਂ ਮੈਂਗੋ ਨੂੰ ਮੈਂਗੋ ਹੀ ਕਹਾਂਗੇ, ਠੀਕ ਹੈ, ਮੈਂਗੋ ਨੂੰ ਆਪਾਂ ਪੰਜਾਬੀ 'ਚ ਅੰਬ ਕਹਿੰਦੇ ਹਾਂ ਅਤੇ ਹਿੰਦੀ 'ਚ ਆਮ ਕਹਿੰਦੇ ਹਾਂ, ਅਤੇ ਹੋਰ ਜੋ ਮਰਾਠੀ ਹੋਏਗੀ ਹੋਰ ਬੰਗਾਲੀ ਭਾਸ਼ਾ 'ਚ ਉਹਦਾ ਨਾਮ ਡਿਫਰੈਂਟ ਆ। ਇਹ ਹੋਊਗਾ ਇੱਕ ਮੈਂਗੋ ਤਾਂ ਕਾਮਨ ਨੇਮ ਆ, ਠੀਕ ਹੈ। ਹੁਣ ਜਿਵੇਂ ਕਿਸੇ ਬੱਚੇ ਦਾ ਇੱਕ ਕਾਮਨ ਨੇਮ ਹੁੰਦਾ, ਠੀਕ ਹੈ, ਘਰ ਦੇ ਇੱਕ ਕਾਮਨ ਨੇਮ ਲੈਂਦੇ ਨੇ, ਠੀਕ ਹੈ, ਕਿਸੇ ਬੱਚੇ ਦੇ ਘਰ ਦੇ ਜਿਵੇਂ ਕੁਛ ਵੀ ਲੈ ਲਿਆ, ਕੱਚਾ ਨਾਮ ਲੈ ਲਿਆ, ਕਿਸੇ ਨੇ ਕੁਛ ਕਹਿੰਦੇ ਆ, ਕੋਈ ਕਿਸੇ ਨੂੰ ਕੁਛ ਬੋਲਦੇ ਆ, ਬਟ ਜਦੋਂ ਉਹ ਬੱਚੇ ਬਾਹਰ ਕਿਸੇ ਸਕੂਲ 'ਚ ਜਾਂਦਾ ਤਾਂ ਉਹ ਪੱਕੇ ਨਾਮ ਨਾਲ ਹੀ ਜਾਣਿਆ ਜਾਂਦਾ ਨਾ। ਤਾਂ ਫਿਰ ਇਸੀ ਬੇਸਿਸ ਦੇ ਉੱਤੇ ਤਾਂ ਇੱਕ ਮੈਂਗੋ ਤਾਂ ਇਹਦਾ ਕਾਮਨ ਨੇਮ ਹੋ ਗਿਆ, ਅਤੇ ਜਿਹੜਾ ਇੱਕ ਹੁੰਦਾ ਪੱਕਾ ਨਾਮ ਕੀ ਇਹਦਾ ਮੈਗਨੀਫੀਰਾ ਇੰਡੀਕਾ, ਅਤੇ ਇਹਦਾ ਕੀ ਹੋ ਗਿਆ ਪੱਕਾ ਨਾਮ। ਕਲੀਅਰ ਹੈ। ਤਾਂ ਹੁਣ ਇਹੀ ਗੱਲ ਹੈ, ਜਿਵੇਂ ਫੋਰ ਐਗਜ਼ਾਮਪਲ ਹੁਣ ਤੁਸੀਂ ਰਹਿੰਦੇ ਹੋ ਹੈ ਨਾ, ਤੁਹਾਡੇ ਘਰਦਿਆਂ ਨੇ ਇੱਕ ਕੱਚਾ ਨਾਮ ਰੱਖਤਾ, ਉਹ ਜਸਟ ਤੁਸੀਂ ਘਰ 'ਚ ਹੀ ਲੈਂਦੇ ਹੋ, ਉਹ ਤਾਂ ਹੋ ਗਿਆ ਤੁਹਾਡਾ ਕਾਮਨ ਨੇਮ। ਉਸ ਤੋਂ ਬਾਅਦ ਜਿਹੜਾ ਤੁਸੀਂ ਸਕੂਲ ਦੇ ਵਿੱਚ ਲੈਂਦੇ ਹੋ ਉਹ ਤੁਹਾਡਾ ਪੱਕਾ ਨੇਮ ਹੋ ਗਿਆ। ਇਸੇ ਤਰ੍ਹਾਂ ਹਰ ਇੱਕ ਜੀਵ ਜੰਤੂਆਂ ਦਾ, ਹਰ ਇੱਕ ਪੌਦਿਆਂ ਦਾ, ਹਰ ਇੱਕ ਫਲਾਂ ਦਾ, ਹਰ ਇੱਕ ਜੀਵ ਜੰਤੂਆਂ ਦਾ ਦੋ ਨੇਮ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਕਾਮਨ ਨੇਮ ਜੋ ਸਿਰਫ ਉਸੇ ਕੰਟਰੀ ਦੇ ਵਿੱਚ ਲਿਆ ਜਾਂਦਾ, ਇੱਕ ਪਰਟੀਕੂਲਰ ਕੰਟਰੀ ਦੇ ਵਿੱਚ ਲਿਆ ਜਾਂਦਾ, ਇੱਕ ਪਰਟੀਕੂਲਰ ਅਲੱਗ-ਅਲੱਗ ਭਾਸ਼ਾ 'ਚ ਲਿਆ ਜਾਂਦਾ, ਠੀਕ ਹੈ। ਬਟ ਇੱਕ ਹੁੰਦਾ ਹਾਇਰ ਲੈਵਲ ਦੇ ਉੱਤੇ, ਠੀਕ ਹੈ, ਜਿਵੇਂ ਪੂਰੇ ਵਰਲਡ ਦੇ ਅੰਦਰ ਇੱਕ ਨਾਮ ਨਾਲ ਜਾਣਿਆ ਜਾਂਦਾ, ਠੀਕ ਹੈ, ਉਹ ਹੋ ਗਿਆ ਤੁਹਾਡਾ ਪੱਕਾ ਨਾਮ। ਜਿਵੇਂ ਤੁਹਾਡੀ ਐਗਜ਼ਾਮਪਲ ਦਿੱਤੀ ਹੈ ਉਵੇਂ ਹੀ ਉਹਨਾਂ ਦੀ ਐਗਜ਼ਾਮਪਲ ਹੈ। ਸਮਝ ਲੱਗ ਗਿਆ ਇੱਥੋਂ ਤੱਕ। ਤਾਂ ਜਿਵੇਂ ਮੈਗਨੀਫੀਰਾ ਇੰਡੀਕਾ ਇਹ ਇੱਕ ਸਾਇੰਟੀਫਿਕ ਵਰਡ ਹੈ ਜਿਹੜੇ ਕਿ ਪੂਰੇ ਸੰਸਾਰ ਦੇ ਵਿੱਚ ਇਸੇ ਵਰਡ ਦੇ ਨਾਲ ਹੀ ਜਾਣਿਆ ਜਾਂਦਾ। ਸਮਝ ਲੱਗੀ। ਉਸ ਤੋਂ ਬਾਅਦ ਨਦਰਾਜੋ ਤਾਂ ਨੋਮਨਕਲੇਚਰ ਸਮਝ ਲੱਗ ਗਈ ਕਿ ਨਾਮ ਦੇਣਾ। ਓਬਵੀਅਸਲੀ ਕਹਿੰਦੇ ਨੋਮਨਕਲੇਚਰ ਐਂਡ ਨੇਮਿੰਗ ਇਜ਼ ਨॉट possible when the organism is described correctly and we know that the organism is named attached to be there। ਸਿੱਧੀ ਇਹਦੇ ਵਿੱਚ ਜਸਟ ਇਹ ਗੱਲ ਕਹੀ ਕਿ ਕਹਿੰਦੇ ਆਪਾਂ ਹੁਣ ਮੰਨ ਲਓ ਆਪਾਂ ਨੂੰ ਕੋਈ ਪੌਦਾ ਮਿਲ ਗਿਆ ਤਾਂ ਆਪਾਂ ਐਵੇਂ ਥੋੜ੍ਹੀ ਨਾ ਚੱਕ ਕੇ ਉਹਦਾ ਜਿਵੇਂ ਮਰਜ਼ੀ ਨਾਮ ਰੱਖ ਦੂੰ, ਨੋ। ਆਪਾਂ ਸਭ ਤੋਂ ਪਹਿਲਾਂ ਉਹਨੂੰ ਆਈਡੈਂਟੀਫਾਈ ਕਰਾਂਗੇ ਕਿ ਹੈ ਕੀ। ਸਮਝ ਲੱਗ ਗਈ। ਤਾਂ ਹੁਣ ਇਹਦੇ ਵਿੱਚ ਇੱਕ ਕ੍ਰਾਈਟੇਰੀਆ ਹੈ, ਵਾਟ ਇਜ਼ ਆਈਡੈਂਟੀਫਿਕੇਸ਼ਨ, ਠੀਕ ਹੈ। ਆਈਡੈਂਟੀਫਿਕੇਸ਼ਨ ਕੀ ਹੁੰਦੀ ਹੈ, ਹੁਣ ਤੁਹਾਨੂੰ ਇਹਦੇ 'ਚ ਡੈਫੀਨੇਸ਼ਨ ਆਉਣਗੀਆਂ। ਤੁਹਾਨੂੰ ਕਿਹੜੀ ਡੈਫੀਨੇਸ਼ਨ ਆ ਸਕਦੀ ਹੈ, ਸਪੀਸ਼ੀਜ਼ ਕੀ ਹੁੰਦਾ, ਤੁਹਾਨੂੰ ਆ ਸਕਦਾ ਬਾਇਓਡਾਇਵਰਸਿਟੀ ਕੀ ਹੁੰਦੀ ਹੈ, ਤੁਹਾਨੂੰ ਇਹਦੇ ਵਿੱਚ ਆ ਸਕਦਾ ਨੋਮਨਕਲੇਚਰ ਕੀ ਹੈ, ਤੁਹਾਨੂੰ ਇਹਦੇ 'ਚ ਆ ਸਕਦਾ ਆਈਡੈਂਟੀਫਿਕੇਸ਼ਨ ਕੀ ਹੁੰਦੀ ਹੈ। ਹੁਣ ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਦੀ ਹਾਂ ਇੱਕ ਐਗਜ਼ਾਮਪਲ ਲੈ ਕੇ, ਠੀਕ ਹੈ। ਹੁਣ ਮੰਨ ਲਓ ਤੁਹਾਨੂੰ 10 ਪੈਨ ਹੈ, ਵਿੱਚ 10 ਪੈਨ ਹੈ ਨਾ। ਹੁਣ ਉਹਨਾਂ 10 ਪੈਨਾਂ ਦੇ ਵਿੱਚ ਜੇਕਰ ਤੁਹਾਨੂੰ ਕਹਿਤਾ ਕਿ ਅਲੱਗ-ਅਲੱਗ ਕਰ ਦਿਓ ਕਲਰਫੁਲ ਪੈਨ, ਹੈ ਨਾ, ਤਾਂ ਤੁਸੀਂ ਰੈੱਡ ਵਾਲੇ ਅਲੱਗ ਕਰੋਗੇ ਕਿਉਂਕਿ ਉਹ ਰੈੱਡ ਚੱਲੂਗਾ, ठीक है। ब्लू वाले अलग करोगे, वाइट वाले अलग करोगे, ब्लैक वाले अलग कर दोगे, एम फॉर द सॉइल। क्लीयर है। तो इस क्राइटेरिया ਨੂੰ ਤੁਸੀਂ ਬੋਲਦੇ ਹੋ ਆਈਡੈਂਟੀਫਾਈ ਕਰਨਾ। ਤੁਸੀਂ ਆਈਡੈਂਟੀਫਾਈ ਕੀ ਕੀਤਾ, ਕਲਰ ਨੂੰ ਆਈਡੈਂਟੀਫਾਈ ਕੀਤਾ, ਠੀਕ ਹੈ। ਜਸਟ ਇੰਨੀ ਗੱਲ ਦੇਖਿਆ ਕਿ ਤੁਹਾਨੂੰ ਕਿਸੇ ਬੱਚੇ ਨੂੰ ਕਹਿਤਾ ਕਿ ਤੁਸੀਂ 10 ਪੈਨਾਂ ਦੇ ਵਿੱਚ ਤੁਸੀਂ ਦੱਸੋ ਕਿ ਰੈੱਡ ਪੈਨ ਕਿਹੜਾ ਹੈਗਾ, ਵਾਈਟ ਪੈਨ ਕਿਹੜਾ, ਯੈਲੋ ਪੈਨ ਕਿਹੜਾ। ਤੁਸੀਂ ਉਹ ਆਈਡੈਂਟੀਫਾਈ ਕੀਤਾ ਕਿ ਮੈਡਮ ਕਿ ਆਹ ਰੈੱਡ ਪੈਨ ਆ, ਆਹ ਯੈਲੋ ਪੈਨ ਆ, ਆਹ ਵਾਈਟ ਪੈਨ। ਕਿਉਂ, ਕਿਵੇਂ ਕੀਤਾ, ਤੁਸੀਂ ਉਸਨੂੰ ਚਲਾਇਆ, ਤੁਸੀਂ ਉਸ ਉੱਤੇ ਵਰਕ ਕੀਤਾ, ਫੇਰ ਹੀ ਕੀਤਾ ਨਾ। ਤਾਂ ਇਹੀ ਕੰਸੈਪਟ ਹੈ। ਹੁਣ ਜਦੋਂ ਵੀ ਕਹਿੰਦੇ ਕੋਈ ਵੀ ਸਪੀਸ਼ੀਜ਼ ਸਾਇੰਟਿਸਟ ਨੇ ਕੋਈ ਵੀ ਸਪੀਸ਼ੀਜ਼ ਦੇਖੀ, ਚਾਹੇ ਉਹ ਕੋਈ ਪਲਾਂਟ ਹੋਇਆ, ਠੀਕ ਹੈ, ਚਾਹੇ ਕੋਈ ਐਨੀਮਲ ਹੋਇਆ, ਉਸਦੇ ਕਰੈਕਟਰ ਨੂੰ ਦੇਖਿਆ, ਠੀਕ ਹੈ,
ਕਰੈਕਟਰ ਨੂੰ ਦੇਖ ਕੇ ਉਸਨੇ ਦੇਖਿਆ ਕਿ ਆਇਡੈਂਟੀਫਾਈ ਕੀਤਾ ਕਿ ਪਲਾਂਟ ਹੈ ਕਿਹੜਾ। ਜਿਵੇਂ ਫੋਰ ਐਗਜ਼ਾਮਪਲ ਜਿਵੇਂ ਰੋਜ਼ ਦਾ ਪਲਾਂਟ ਹੈ, ਆਪਾਂ ਨੂੰ ਨਹੀਂ ਪਤਾ ਉਹ ਰੋਜ਼ ਦਾ ਪਲਾਂਟ ਹੈ, ਤਾਂ ਆਪਾਂ ਕੀ ਕਰਦੇ, ਰੋਜ਼ ਦੇ ਫੁੱਲ ਨੂੰ ਚੱਕਦੇ ਹਾਂ ਅਤੇ ਉਸਨੂੰ ਉਸਦੇ ਪੱਤਿਆਂ ਨੂੰ ਦੇਖਦੇ ਹਾਂ, ਉਸਦੇ ਸਾਰੇ ਅੰਦਰ ਜਿਹੜੇ ਵੀ ਪਾਰਟਸ ਨੇ ਉਹਨਾਂ ਨੂੰ ਦੇਖਾਂਗੇ। ਫਿਰ ਆਪਾਂ ਕਿਸੇ ਹੋਰ ਫੁੱਲਾਂ ਦੇ ਨਾਲ ਮੈਚ ਕਰਾਂਗੇ ਤਾਂ ਆਪਾਂ ਆਇਡੈਂਟੀਫਾਈ ਕਰਾਂਗੇ ਕਿ ਮੈਡਮ ਜੀ ਇਹ ਇੱਕ ਰੋਜ਼ ਦਾ ਫੁੱਲ है ना। तो यही कंसैप्ट इस दे विच है। तो ये आइडेंटिफिकेशन का मतलब की है कि आइडेंटिफिकेशन दे विच जदों भी कोई अननोन स्पीशीज़, जेडे अननोन का मतलब जिन्होंने आप जानते नहीं, अननोन स्पीशीज़ होंदी हैगी, अननोन स्पीशीज़ नूं आपां जदों इहदे जिहड़े करैक्टर है उहनूं आपां नोन स्पीशीज़ दे नाम लाइए ਤਾਂ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ। ਐਗਜ਼ਾਮਪਲ ਕਿ ਮੰਨ ਲਓ ਕੋਈ ਤੁਹਾਨੂੰ ਫੁੱਲ ਦਿੱਤਾ, ਤੁਹਾਨੂੰ ਪਤਾ ਨਹੀਂ ਉਹ ਫੁੱਲ ਕਿਹੜਾ ਹੈਗਾ, ਗੇਂਦੇ ਦਾ ਫੁੱਲ ਹੈ, ਰੋਜ਼ ਦਾ ਫੁੱਲ ਹੈ, ਤੁਸੀਂ ਕੀ ਕੀਤਾ ਉਹਦੇ ਪੱਤੇ ਪਹਿਲਾਂ ਖੋਲ੍ਹੇ, ਫਿਰ ਤੁਸੀਂ ਉਹਨਾਂ ਪੱਤਿਆਂ ਨੂੰ ਕਿਸੇ ਹੋਰ ਫੁੱਲਾਂ ਦੇ ਨਾਲ ਮਿਲਾਇਆ ਜਿਹੜੇ ਫੁੱਲਾਂ ਨੂੰ ਤੁਸੀਂ ਜਾਣਦੇ ਹੋ, ਫਿਰ ਜਾ ਕੇ ਤੁਹਾਨੂੰ ਪਤਾ ਚੱਲਿਆ ਕਿ ਇਹ ਕਿਹੜਾ ਫੁੱਲ ਹੈ। ਤਾਂ ਉਹ ਬੇਸਿਕਲੀ ਇੱਕ ਹੁੰਦਾ ਆਇਡੈਂਟੀਫਿਕੇਸ਼ਨ, ਠੀਕ ਹੈ। ਹੁਣ ਦੇਖੋ ਉਸ ਤੋਂ ਬਾਅਦ ਕਹਿੰਦੇ ਇੱਕ ਸਾਇੰਟੀਫਿਕ ਨੇਮ ਸੀਗਾ। ਹੁਣ ਜਿਹੜੇ ਸਾਇੰਟੀਫਿਕ, ਇਹੀ ਗੱਲ ਮੈਂ ਤੁਹਾਨੂੰ ਜਿਹੜੇ ਪਿੱਛੇ ਦੱਸ ਕੇ ਹਟੀ ਹੈ ਕਿ ਜਿਹੜਾ ਸਾਇੰਟੀਫਿਕ ਨੇਮ ਹੁੰਦਾ ਹੈ ਨਾ, ਸਾਇੰਟੀਫਿਕ ਨੇਮ ਹੁੰਦਾ ਉਹ ਕਿਸੇ ਵੀ ਆਪਣੇ ਸਾਇੰਟਿਸਟ ਬਣਾਉਂਦੇ ਨੇ, ਬਟ ਕਿਸ ਬੇਸ 'ਤੇ ਬਣਾਉਂਦੇ ਨੇ ਬੱਚੇ, ਇਹਦਾ ਨਾਮ ਹੁੰਦਾ ਇੰਟਰਨੈਸ਼ਨਲ ਕੋਡ ਆਫ ਬੋਟੈਨੀਕਲ ਨੋਮਨਕਲੇਚਰ। ਇਹ ਇੱਕ ਸੰਸਥਾ ਹੈਗੀ ਇੰਟਰਨੈਸ਼ਨਲ ਕੋਡ ਆਫ ਬੋਟੈਨੀਕਲ ਨੋਮਨਕਲੇਚਰ। ਇਸੇ ਸੰਸਥਾ ਦੇ ਵਿੱਚ ਹਰ ਇੱਕ ਜੀਵ ਜੰਤੂਆਂ ਦਾ, ਹਰ ਇੱਕ ਪਲਾਂਟ ਦਾ, ਈਵਨ ਕਿ ਤੁਹਾਡਾ ਵੀ ਆਪਣੀ ਹਿਊਮਨ ਬੀਇੰਗਸ ਦਾ ਵੀ ਨੇਮ ਇੰਡੀਕੇਟ ਕੀਤਾ ਗਿਆ ਤਾਂ ਕਿ ਪੂਰੇ ਸੰਸਾਰ ਦੇ ਵਿੱਚ ਸੇਮ ਹੀ ਨੇਮ ਦੇ ਨਾਲ ਪੁਕਾਰਿਆ ਜਾਵੇ, ਠੀਕ ਹੈ। ਉਸ ਤੋਂ ਬਾਅਦ ਅਗਲਾ ਆ ਜਾਂਦਾ ਸਿਮਿਲਰਲੀ ਇੱਕ ਹੋਰ ਹੁੰਦਾ ਇੰਟਰਨੈਸ਼ਨਲ ਕੋਡ ਆਫ ਜੂਲੋਜੀਕਲ ਨੋਮਨਕਲੇਚਰ। ਦੇਖੋ ਬੱਚੇ ਇੱਥੇ ਇੱਕ ਬੋਟੈਨੀਕਲ ਨੋਮਨਕਲੇਚਰ ਹੈ, ਜਿੱਥੇ ਬੋਟੈਨੀਕਲ ਨੋਮਨਕਲੇਚਰ ਹੈ ਇਹਦਾ ਮਤਲਬ ਆਪਾਂ ਕਿਹਦੀ ਗੱਲ ਕਰਦੇ ਹਾਂ, ਬੋਟਨੀ। ਬੋਟਨੀ ਦਾ ਮਤਲਬ ਆਪਾਂ ਕਿਹਦੀ ਗੱਲ ਕਰਾਂਗੇ, ਪਲਾਂਟਸ ਦੀ ਗੱਲ ਕਰਾਂਗੇ, ਠੀਕ ਹੈ। ਇੱਥੇ ਜਿਹੜਾ ਜੂਲੋਜੀਕਲ ਹੈ ਇਹਦੇ ਵਿੱਚ ਆਪਾਂ ਕਿਹਦੀ ਗੱਲ ਕਰਾਂਗੇ, ਐਨੀਮਲਸ ਦੀ ਗੱਲ ਕਰਾਂਗੇ, ਕਲੀਅਰ ਹੈ। ਹੁਣ ਉਸ ਤੋਂ ਬਾਅਦ ਹੁਣ ਇਹਨਾਂ ਨੇ ਕੀ ਕਿਹਾ, ਹੁਣ ਆਹ ਜਿਹੜੇ ਪੁਆਇੰਟ ਹੈ ਨਾ ਇੱਥੋਂ ਆਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਲਿਖ ਲਿਓ। ਈਚ ਨੇਮ ਹੈਜ਼ ਦਾ 2 ਕੰਪੋਨੈਂਟ। ਜਿਹੜਾ ਇਹਨਾਂ ਨੇ ਗੱਲ ਕਹੀ ਹੈ ਕਿ ਜਿਹੜੀ ਇੰਟਰਨੈਸ਼ਨਲ ਬੋਟੈਨੀਕਲ ਜਾਂ ਜੂਲੋਜੀਕਲ ਨੋਮਨਕਲੇਚਰ ਦੇ ਮੁਤਾਬਿਕ ਇਹਨਾਂ ਨੇ ਸਭ ਤੋਂ ਪਹਿਲਾਂ ਨਾਮ ਦੱਸਿਆ, ਕਹਿੰਦੇ ਕਿ ਜਦੋਂ ਵੀ ਆਪਾਂ ਕਿਸੇ ਦਾ ਨਾਮ ਰੱਖਣਾ ਹੈ, ਕਿਸੇ ਵੀ ਪਲਾਂਟ ਦਾ ਨਾਮ ਰੱਖਣਾ ਹੈ, ਕਿਸੇ ਵੀ ਐਨੀਮਲ ਦਾ ਨਾਮ ਰੱਖਣਾ ਹੈ, ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਕਹਿੰਦੇ ਈਚ ਨੇਮ ਹੈਜ਼ 2 ਕੰਪੋਨੈਂਟ। ਉਹਨੂੰ ਆਪਾਂ 2 ਭਾਗਾਂ ਦੇ ਵਿੱਚ ਰੱਖਣਾ। ਇੱਕ ਹੋਊਗਾ ਜੈਨਰਿਕ ਨੇਮ, ਇੱਕ ਹੋਊਗਾ ਸਪੈਸੀਫਿਕ ਐਲੀਫੈਂਟ। ਇੱਕ ਹੋਊਗਾ ਜੈਨਰਿਕ ਨੇਮ, ਇੱਕ ਹੋਊਗਾ ਸਪੈਸੀਫਿਕ ਨੇਮ, ਠੀਕ ਹੈ। ਮਤਲਬ ਇੱਕ ਨੇਮ ਨੂੰ, ਇੱਕ ਪੂਰੇ ਨੇਮ ਨੂੰ ਤੁਸੀਂ 2 ਭਾਗਾਂ ਦੇ ਵਿੱਚ ਵੰਡਣਾ। ਇੱਕ ਨੇਮ ਨੂੰ ਤੁਸੀਂ 2 ਭਾਗਾਂ ਦੇ ਵਿੱਚ ਵੰਡਣਾ। ਸੋ ਦਾ ਸਿਸਟਮ ਆਫ ਪ੍ਰੋਵਾਈਡਿੰਗ ਦਾ ਨੇਮ ਆਫ 2 ਕੰਪੋਨੈਂਟ, ਇਹ ਕਿਹਨੇ ਦਿੱਤਾ ਸੀ, ਬਾਇਓਲੋਜੀਕਲ ਨੋਮਨਕਲੇਚਰ। ਤੁਹਾਨੂੰ ਕੁਐਸਚਨ ਆਊਗਾ ਕਿ ਵਾਟ ਇਜ਼ ਬਾਇਓਲੋਜੀਕਲ ਨੋਮਨਕਲੇਚਰ ਕੀ ਹੁੰਦੀ ਹੈ, ਅਤੇ ਤੁਸੀਂ ਇਸ ਦੇ ਫਰਦਰ ਪੁਆਇੰਟ ਲਿਖਣੇ ਕਿ ਬਾਇਓਲੋਜੀਕਲ ਨੋਮਨਕਲੇਚਰ ਨੇ ਕੀ ਦਿੱਤਾ ਸੀਗਾ, ठीक है। सो द नेमिंग जी बायोलॉजिकल नोमेनक्लेचर है, इट वॉज गिवन बाय, ये किसने दिता सी, ये भी इंपॉर्टेंट उन्हें ऐ नहीं है, ये छोड़ दो। इट इज़ गिवन बाय द कैरोलस लीनियस ने ये दिता सी। उस तो अगला हुण बच्चे आ जिथे मैं मोस्ट इंपॉर्टेंट लिखिया आला कंसैप्ट, ये इंपॉर्टेंट है, इसमें देखो हुण ये कि द साइंटिफिक नेम ऑफ मैंगो इज़ रिटन एज द मैग्नीफेरा इंडिका, क्लीयर है। सो हाउ द नॉम है, हुण देखो ये मैग्नीफेरा इंडिका का है ना, ये 2 नेम है, एक तो है मैग्नीफेरा, एक है इंडिका। मैं हुण तुहानूं पिछे दस के हटी है कि नोमनक्लेचर दे विच 2 पार्ट होंगे, एक मैग्नीफेरा होगा, एक इंडिका। मतलब एक अपने पास जेनरिक नेम होगा, एक क्या होगा, स्पैसीफिक नेम होगा। हुण बायोलॉजिकल नोमनक्लेचर आर जनरली इन लैटिन, कहते कि डिफरेंट लैंगुएज दे विच होनी चाहिए। लैटिनाइज्ड किहड़े हुंदे ने, जिहड़े करसिव हैंड राइटिंग वाले हुंदे ने उन्हां आपां लैटिनाइज्ड बोलते। एक तो आपां सीधी हैंड राइटिंग करते हैं ना, ये इस हैंड राइटिंग च नहीं हुंदा, हमेशा इस तरह की लैटिनाइज्ड हैंड राइटिंग होगा, पहली गल। उस तो बाद सैकेंड की है, द फर्स्ट वर्ड इन द बायोलॉजिकल नेम रिप्रजेंट द जीनस एंड वाइल द सैकेंड वर्ड रिप्रजेंट द स्पीशीज़। हुण बच्चे एक गल हुंदी है, एक हुंदा जीनस, एक हुंदा स्पीशीज़। हुण आ चीज़ की हुंदी है, ये तुसीं अगे जाके पढ़ोगे कि जीनस की हुंदा है, एक स्पीशीज़ की हुंदी है। तो हुण कहंदे जदों भी आपां मैग्नीफेरा इंडिका की गल करते हैं, है ना, ये मैं एग्जाम्पल लेके चलिए, जिहड़ा मैग्नीफेरा वो तुहाडा जीनस है, इंडिका जो है वो स्पीशीज़ है।
समझ लग गई। हुण जिवें ह्यूमन बीइंग है, ह्यूमन बीइंग नूं तुसीं की बोलदे हो होमो सैपियंस, इहदे ते भी आने आपां। बोथ द वर्ड्स इन द बायोलॉजिकल नोमेनक्लेचर आर रिटन इन, मतलब अगर आपां दोने वर्ड्स लिखने हैं, जिवें मैं मैग्नीफीरा इंडिका लिखदी हाँ, ठीक है, इनू मैं सैपरेट अंडरलाइन करना, जिवें मैंने उपर अंडरलाइन किया उवें नहीं करना, ये तो मैं जस्ट इंपॉर्टेंटली अंडरलाइन करता। बट ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਤਾਂ ਆਲਵੇਜ਼ ਇਹ ਇਟੈਲਿਕਸ 'ਚ ਹੈ, मतलब ਇਹ ਅਲੱਗ ਲੈਂਗੁਏਜ ਹੈ, ਤਾਂ ਮੈंने ਐਵੇਂ ਕੀਤਾ। ਬਟ ਆਪਾਂ ਨੇ ਜਦੋਂ ਵੀ ਆਪਾਂ ਕਾਪੀ 'ਤੇ ਲਿਖਣਾ ਹੈ ਤਾਂ ਕਾਪੀ ਦੇ ਉੱਤੇ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰਨਾ ਹੈ। ਇਹ ਸਾਰੀ ਚੀਜ਼ਾਂ ਇੰਪੋਰਟੈਂਟ ਹੈ, ਅਗਰ ਨਾ ਕੀਤਾ ਬਸ ਫਿਰ ਇਹਦਾ ਮਤਲਬ ਘਾਟਾ, ਸਮਝ ਲੱਗ ਗਈ। ਇਹਨਾਂ ਨੂੰ ਅਲੱਗ-ਅਲੱਗ ਲਿਖਣਾ ਹੈ। ਇੱਕ ਇਹਨੂੰ ਕੀ ਬੋਲਦੇ ਆ ਜੀਨਸ, ਇਹਨੂੰ ਕੀ ਬੋਲਾਂਗੇ ਸਪੀਸ਼ੀਜ਼, ठीक है बच्चे। द फस्ट वर्ड डिनोटिंग द जीनस स्टार्ट्स विद द कैपिटल, कहते जो पहला वर्ड होंगे उन्होंने हमेशा आप कैपिटल दे विच लिखना। ਜਿਹੜਾ ਹੁਣ ਜਿਵੇਂ ਮੈਗਨੀਫੀਰਾ ਨਾ ਤਾਂ ਇਸ ਨੂੰ ਆਪਾਂ ਕੈਪੀਟਲ ਦੇ ਵਿੱਚ ਐਮ ਲਿਖਾਂਗੇ। ਹੁਣ ਜਿਹੜਾ ਇੰਡੀਕਾ ਲਿਖਾਂਗੇ ਉਹਨੂੰ ਆਪਾਂ ਹਮੇਸ਼ਾ ਸਮੋਲ ਆਈ ਦੇ ਨਾਲ ਲਿਖਾਂਗੇ। ਇੰਡੀਕਾ ਕੀ ਹੈ ਸਪੀਸ਼ੀਜ਼, ਇਹਨੂੰ ਆਪਾਂ ਹਮੇਸ਼ਾ ਸਮੋਲ ਆਈ ਨਾਲ। ਇਹ ਗੱਲਾਂ ਆਪਣੇ ਐ ਨਹੀਂ ਹੈਗਾ ਪੜ੍ਹ ਕੇ ਛੱਡ ਦਿਓ ਨਾ, ਇਹਨਾਂ ਨੂੰ ਇਸਤੇਮਾਲ ਕਰਨਾ। ਜਦੋਂ ਤੁਹਾਨੂੰ ਕੋਈ ਪੁੱਛ ਲਿਆ ਕਿ ਮੈਂਗੋ ਦਾ ਸਾਇੰਟੀਫਿਕ ਨੇਮ ਦੱਸੋ, ਇਹ ਤੁਸੀਂ ਯਾਦ ਕਰਨੇ ਹੋਣੇ ਨੇਮ। ਇਸੇ ਤਰ੍ਹਾਂ ਬੱਚੇ ਹੁਣ ਜਿਵੇਂ ਫੋਰ ਐਗਜ਼ਾਮਪਲ ਹੁਣ ਇੱਕ ਹੋਰ ਇੱਕ ਹਿਊਮਨ ਬੀਇੰਗਸ ਦਾ ਹੁੰਦਾ, ਹਿਊਮਨ ਬੀਇੰਗਸ ਦਾ ਹੋਮੋ ਸੈਪੀਅੰਸ, ਠੀਕ ਹੈ, ਹੋਮੋ ਸੈਪੀਅੰਸ, ठीक है। इन्हों अलग अंडरलाइन करना है, एच इन्हों की बड़ी होनी चाहिए, इसकी एस छोटी होनी चाहिए, क्लीयर है। उस तो बाद द प्रोसैस हूँ नैक्सट आंदा, सब तो पहला की होया कि आपने कोई चीज़ को आइडेंटिफाई किया है ना, पहला आपने किसी चीज़ को आइडेंटिफाई किया। फॉर एग्जाम्पल मान लो कि तुसी जिवें तुहानूं मैं पैन की एग्जाम्पल दी है ना, पैन दे विच तुसी कलर आइडेंटिफाई किए, मतलब तुसी कलर नूं आइडेंटिफाई कर लिया है ना। फिर हूँ मैं तुहानूं रखा, मैं तुहानूं कहदा कि कलर नूं अलग अलग कर दो, मतलब तुसी की कीता पहला कलर लिख ले कि मैडम जी 10 पैनों के विच रैड पैन है, ब्लू पैन आह गा, येलो पैन आह ते आ, ठीक है। हुण तुसीं उहनूं क्लासीफाई करोगे, क्लासीफाई की करोगे, तुसीं एक बॉक्स है, बॉक्स दे विच तुसीं कहता मैडम जी इत्थे रैड पैन रखांगे, इत्थे तुसीं की रखांगे येलो पैन रखांगे, इत्थे तुसीं वाइट पैन रखांगे, इत्थे आपां ब्लू पैन रखांगे। आ चीज़ कीती ना, इनू बोलते क्लासीफिकेशन, समझ लग गई। हुण तुसीं लिख लो, इसनूं अंडरस्टैंड करो, इसनूं आपां बोलते हैं क्लासीफिकेशन, क्लीयर है। हुण इहनूं आपां बोलते क्लासीफिकेशन। हुण एग्जाम्पल आ जो सीधा हुण एनीमल्स ते, हुण साइंटिस्ट की कहंदे ने, साइंटिस्ट कहंदे ने कि मान लो तुहानूं कोई भी प्लांट देता, ठीक है, हुण उस प्लांट दी तुहानूं प्रॉपर्टीज़ नहीं पता, ठीक है, तुहानूं कुछ नहीं पता, तुसीं कीता पहले उसनूं आइडेंटिफाई कीता वो प्लांट है किहड़ा आइडेंटिफाई किया सी। एग्जाम्पल मान लो रोज़ है, आपने कहता कि मैडम जी मैं तुहानूं कोई फुल देता बच्चे, तुसीं वो फुल नूं देखिया आइडेंटिफाई किया, तुसीं कहोगे कि मैडम जी तो गुलाब का फुल हैगा ना, फिर उसनूं आपां गुलाब के फुल्लां दी कैटेगरी दे विच रखांगे। हुण जिथे सारे गुलाब के फुल होणगे उत्थे ही मैं वो वाला फुल रखूँगी। हुण मैं गुलाब के फुल नूं गेंदे के फुल नाल नहीं रखूँगी। तो इस तरह की गल नूं आपां की बोलते क्लासीफिकेशन। द प्रोसैस, क्लासीफिकेशन की होंदा, इट इज़ द प्रोसैस इन विच एनीथिंग इज़ ग्रुप्ड इनटू कन्वीनियंट कैटेगरीज, ठीक है, बेस्ड ऑन सम ऑब्जर्वेबल करैक्टरिस्टिक्स। बच्चे हुण जिहड़े ये वर्ड है ये तुहानूं एज इट इज़ करने पैणगे। कन्वीनियंट, जिथे वर्ड कन्वीनियंट आ जाए इहदा मतलब श्योर, ठीक है, तो ये तो डरो ना। कन्वीनियंट कैटेगरीज का मतलब की होंदा है कि हुण जेकर तुसीं मैनूं कहता कि मैडम तुहाडे अपने पास रोज़ है, अपने पास गुलाब का फुल है, तो गुलाब के फुल नूं मैं गुलाब वाली कैटेगरी च रखूँगी, रोज़ वाली च रखूँगी, उन्होंने मैं गेंदे वाले च नहीं रखूँगी, ठीक है। इसनूं बोलते कन्वीनियंट कैटेगरी दे विच, जिहदे करके आप इनू पता चल जाए कि ऑब्जर्वेशनल करैक्टर्स, जिहड़ी आप ऑब्जर्वेशनल करैक्टर की होंदा है, ऑब्जर्वेशन की होंदा है बच्चे, जिहड़ी आपां तुसीं चीज़ देखदे हो उहनूं आपां ऑब्जर्वेशन बोलदे हो। हुण जिवें तुसीं बच्चे मेरी वीडियो नूं सुन रहे हो, ठीक है, तुसीं मेरी आवाज़ नूं ऑब्जर्व कर रहे हो कि तुसीं सुन की रहे हो, तुहानूं बोलदे हो ऑब्जर्वेशन। इसी तरह आपां किसी प्लांट नूं की बोल करदे हां, ऑब्जर्व करदे हां, ठीक है। हुण इत्थों तक क्लीयर है व्हाट इज़ क्लासीफिकेशन। क्लासीफिकेशन की होंदी है ये तुसीं लिखने होने क्वेश्चनस, व्हाट इज़ क्लासीफिकेशन, क्लीयर है। हुण मैं तुहानूं एक गल दसदी हां, तुसीं बुक फॉलो तो कर ही जा रहे हो, बट
ਆਪਣੀ ਸੈਂਸ ਆਫ ਹਿਊਮਰ ਵੀ ਫੋਲੋ ਕਰੋ, ਤੁਹਾਡੀ ਅਕਲ ਵੀ ਫੋਲੋ ਕਰਨੀ ਚਾਹੀਦੀ ਇਹਨਾਂ ਚੀਜ਼ਾਂ ਦੇ ਵਿੱਚ, ਠੀਕ ਹੈ। ਤੁਸੀਂ ਆਪਣਾ ਆਜ਼ਾਦੀ ਰਹੋ, ਮਤਲਬ ਇੰਡੀਪੈਂਡੈਂਟ ਰਹੋ, ਤੁਸੀਂ ਨੈੱਟ ਵੀ ਯੂਜ਼ ਕਰੋ ਆਪਣਾ। ਗੂਗਲ ਕਰੋਮ ਹੁੰਦਾ, ਵਿੱਚ ਇੱਕ ਕਰੋਮ ਹੁੰਦਾ, ਗੂਗਲ ਹੁੰਦੀ ਹੈ, ਗੂਗਲ 'ਚ ਜਾਓ, ਉੱਥੇ ਹਰ ਇੱਕ ਚੀਜ਼ ਸਰਚ ਕਰੋ, ਤੁਹਾਨੂੰ 10 ਗੱਲਾਂ ਹੋਰ ਪਤਾ ਚੱਲਣਗੀਆਂ, ਠੀਕ ਹੈ। ਤੁਸੀਂ ਸਰਚ ਕਰੋ ਕਲਾਸੀਫਿਕੇਸ਼ਨ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਆਪਣਾ ਮੁਤਾਬਿਕ ਵੀ ਕਰਨਾ ਸ਼ੁਰੂ ਕਰੋ। ਕਲਾਸੀਫਿਕੇਸ਼ਨ ਕੀ ਹੁੰਦੇ ਹੈ, ਮੈਨੂੰ ਆਹ ਚੀਜ਼ ਮੈਨੂੰ ਸੈਂਸ ਪਤਾ ਚੱਲੀ ਹੈ, ਤੁਸੀਂ ਉਸਨੂੰ ਨੋਟਸ ਦੇ ਉੱਤੇ ਲਿਖੋ, ਠੀਕ ਹੈ। ਇਹ ਆਪਣੇ ਵਿਹਾਰ 'ਤੇ ਵੀ ਕੰਮ ਕਰੋ। ਉਸ ਤੋਂ ਬਾਅਦ ਨੈਕਸਟ ਆ ਜਾਂਦਾ, ਜਿਵੇਂ ਹੁਣ ਇੱਕ ਹੁੰਦਾ ਬੱਚੇ ਟੈਕਸਾ, ਠੀਕ ਹੈ। ਕਹਿੰਦੇ ਆਪਾਂ ਸਟੱਡੀ ਆਫ ਦ ਸਾਇੰਟੀਫਿਕ ਟਰਮ ਦੀਸ ਕੈਟਾਗਰੀਜ਼ ਇਜ਼ ਨੋਨ ਐਜ਼ ਟੈਕਸਾ। ਹੁਣ ਸਿੰਪਲ ਜੀ ਗੱਲ ਹੈ, ਤੁਹਾਨੂੰ ਮੰਨ ਲਓ ਕਹਿੰਦੇ ਕਿ ਤੁਹਾਨੂੰ ਨਾ ਡਿਫਰੈਂਟ ਇਮੇਜਿਸ ਦਿੱਤੀਆਂ, ਉਹਨਾਂ ਇਮੇਜ ਦੇ ਵਿੱਚ ਇੱਕ ਡੋਗ ਦੀ ਇਮੇਜ ਹੈ, ਇੱਕ ਕੈਟ ਦੀ ਇਮੇਜ ਹੈ, ਠੀਕ ਹੈ, ਇੱਕ ਮੈਮਲਸ ਨੇ, ਮਤਲਬ ਸਿੰਪਲ ਜੀ ਗੱਲ ਹੈ। ਮੈਂ ਤੁਹਾਨੂੰ ਸਿੱਧੀ ਜਿਹੀ ਗੱਲ ਦੱਸਾਂ, ਹੁਣ ਜੇਕਰ ਤੁਹਾਨੂੰ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਤੁਹਾਨੂੰ ਮੈਂ ਨਾ ਇਮੇਜਿਸ ਦੇਤੀਆਂ, ਆਹ ਇਮੇਜਿਸ ਦੇਤੀਆਂ ਹੈ ਨਾ, ਇੱਕ ਡੋਗ ਦੀ ਇਮੇਜ ਹੈ, ਤੁਸੀਂ ਕਹੋਗੇ ਮੈਡਮ ਇਹ ਡੋਗ ਹੈ, ਮੈਡਮ ਇਹ ਕੈਟ ਹੈ, ਠੀਕ ਹੈ, ਇਹ ਹੈਗਾ ਹੀ ਆਪਣਾ ਮਨੁੱਖ ਹੈ, ਹਿਊਮਨ ਬੀਇੰਗ ਦੀ ਇਹ ਫੋਟੋ ਹੈ, ਅਤੇ ਤੁਸੀਂ ਕਹੋਗੇ ਕਿ ਮੈਡਮ ਜੀ ਇਹ ਡੋਗ ਕੈਟ ਹੋ ਗਿਆ, ਉਹ ਕੋਲ ਕਿਹੜਾ ਮਰਜ਼ੀ ਚੱਕ ਲਓ, ਹੋਰਸ ਹੈ, ਕਹਿਤਾ ਨਾ, ਮੈਨੂੰ ਦੱਸਤਾ ਨਾ। ਤਾਂ ਬੱਚੇ ਜਿਹੜਾ ਡੋਗ ਹੈ ਆਹ ਇੱਕ ਕੈਟਾਗਰੀ ਹੈ, ਡੋਗ ਨੂੰ ਤੁਸੀਂ ਕੈਟ ਦੇ ਅੰਦਰ ਨਹੀਂ ਰੱਖ ਸਕਦੇ, ਡੋਗ ਅਲੱਗ ਹੈ, ਕੈਟ ਅਲੱਗ ਹੈ, ਕੈਟ ਨੂੰ ਤੁਸੀਂ ਹਿਊਮਨ ਬੀਇੰਗ ਦੇ ਅੰਦਰ ਨਹੀਂ ਰੱਖ ਸਕਦੇ, ਸਮਝ ਗਏ। ਤਾਂ ਇਹ ਇੱਕ ਅਲੱਗ ਟੈਕਸ ਹੈ, ਇਹਨੂੰ ਕੀ ਬੋਲਾਂਗੇ, ਅਲੱਗ ਟੈਕਸ ਆ, ਇੱਕ ਪਰਟੀਕੂਲਰ ਕੈਟਾਗਰੀ ਨੂੰ ਤੁਸੀਂ ਕੀ ਬੋਲੋਗੇ, ਟੈਕਸ ਆ, ਸਮਝ ਗਏ। ਫਿਰ ਉਸ ਕੈਟਾਗਰੀ ਨੂੰ ਅੱਗੇ ਸਟੱਡੀ ਕਰੋਗੇ, ਠੀਕ ਹੈ। ਤਾਂ ਜਿਵੇਂ ਹਿਊਮਨ ਬੀਇੰਗ ਹੈ, ਮਨੁੱਖ ਨੂੰ ਤੁਸੀਂ ਇੱਕ ਟੈਕਸ ਆ, ਇੱਕ ਮਨੁੱਖ ਇੱਕ ਟੈਕਸ ਹੈ, ਮਤਲਬ ਉਹ ਇੱਕ ਅਲੱਗ ਕੈਟਾਗਰੀ ਹੈ, ਫਿਰ ਤੁਸੀਂ ਉਹਦੇ ਵਿੱਚ ਇਕੱਲੇ ਮਨੁੱਖ ਨੂੰ ਹੀ ਸਟੱਡੀ ਕਰੋਗੇ। ਐਂ ਨਹੀਂ ਕਰ ਸਕਦੇ ਕਿ ਤੁਸੀਂ ਮਨੁੱਖ ਦੇ ਵਿੱਚ ਤੁਸੀਂ ਐਨੀਮਲਸ ਨੂੰ ਸਟੱਡੀ ਕਰ ਲਓ, ਮਤਲਬ ਮਨੁੱਖ ਦੇ ਵਿੱਚ ਤੁਸੀਂ ਕੈਟ ਨੂੰ ਸਟੱਡੀ ਕਰ ਲਓ, ਨਾਟ ਪੋਸੀਬਲ, ਕਲੀਅਰ। So based on the characteristics of all the living organisms can classified into different taxa is known as taxonomy. So एक word ਹੋਰ ਆਂਦਾ ਬੱਚੇ, what is taxonomy? Taxonomy ਕੀ ਹੁੰਦੀ ਹੈ? So the term taxonomy it is defined as taxonomy, it is the process in which an organism classified on a basis of nomenclature, identification, इन्हें मैं दोबारा लिख दूँगी बच्चे। What is अपने पास taxonomy की होती है, taxonomy it is defined as the organism is classified on the basis of identification, ठीक है, nomenclature and classification। ਸਮਝ ਲੱਗੀ। ਤਾਂ ਪੂਰੇ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਟੈਕਸੋਨਮੀ, ਜਿਹਦੇ ਵਿੱਚ ਆਪਾਂ ਕਿਸੇ ਫੁੱਲ ਨੂੰ ਆਇਡੈਂਟੀਫਾਈ ਕਰਦੇ ਹਾਂ, ਉਸਨੂੰ ਨਾਮ ਦਿੰਦੇ ਹਾਂ, ਉਸਨੂੰ ਆਪਾਂ ਕਲਾਸੀਫਾਈ ਕਰਦੇ ਹਾਂ, ਸਾਰੇ ਪ੍ਰੋਸੈਸ ਨੂੰ ਆਪਾਂ ਟੈਕਸੋਨਮੀ ਮੋਢੀ ਹੈ ਆਪਣੀ, ਕਲੀਅਰ ਹੈ। ਤਾਂ ਇੱਥੋਂ ਤੱਕ ਆਪਣੀ ਗੱਲਬਾਤ ਹੈ। ਨੈਕਸਟ ਆਪਾਂ ਇੱਥੋਂ ਤੱਕ ਸਟੱਡੀ ਕਰਨਾ ਹੈ ਬਸ। ਦ ਪ੍ਰੋਸੈਸ ਐਂਡ ਇਕੋਲੋਜੀਕਲ ਇਨਫੋਰਮੇਸ਼ਨ ਆਫ ਆਰਗੈਨਿਜ਼ਮਸ ਆਰ ਅਸੈਂਸ਼ੀਅਲ ਔਨ ਦ ਬੇਸਿਸ ਆਫ ਟੈਕਸੋਨਮੀ ਸਟੱਡੀ। ਇਹ ਗੱਲਾਂ ਸਾਰੀਆਂ ਰਿਪੀਟ ਕਰਤੀਆਂ, ਕਹਿੰਦੇ ਅਗਰ ਤੁਹਾਨੂੰ ਕਿਸੇ ਪਲਾਂਟ ਬਾਰੇ ਨਾ ਪਤਾ ਹੋਇਆ ਫਿਰ ਕੀ ਫਾਇਦਾ, ਠੀਕ ਹੈ। ਹੁਣ ਤੁਸੀਂ ਸਬਜ਼ੀ ਖਾਂਦੇ ਹੋ, ਤੁਹਾਨੂੰ ਸਬਜ਼ੀ ਦਾ ਨਾਮ ਹੀ ਨਾ ਪਤਾ ਹੋਇਆ ਫਿਰ ਕਿਉਂ, ਤੁਹਾਨੂੰ ਪਤਾ ਨਹੀਂ ਬੈਂਗਣ ਨੂੰ ਬੈਂਗਣ ਕਹਿੰਦੇ ਨੇ, ਹੋਰ ਕੀ ਕਹਿੰਦੇ ਆ, ਤੁਹਾਨੂੰ ਪਤਾ ਹੀ ਨਹੀਂ ਸਾਗ ਨੂੰ ਸਾਗ ਕੀ ਕਹਿੰਦੇ ਆ, ਠੀਕ ਹੈ। ਤਾਂ ਬੱਚੇ ਨਾਮ ਦੱਸੇ ਨੇ, ਸਾਇੰਟਿਸਟ ਨੇ ਨਾਮ ਦੱਸੇ ਪਏ ਨੇ ਕਿ ਇਸ ਨੂੰ ਆਪਾਂ ਸਾਗ ਕਹਾਂਗੇ, ਇਸ ਨੂੰ ਆਪਾਂ ਬੈਂਗਣ ਕਹਾਂਗੇ, ਇਸ ਨੂੰ ਆਪਾਂ ਔਰੇਂਜ ਕਹਾਂਗੇ, ਇਸ ਨੂੰ ਆਪਾਂ ਅੰਬ ਕਹਾਂਗੇ, ਮੈਂਗੋ ਕਹਾਂਗੇ, ਮੈਂਗੋ ਨੂੰ ਆਪਾਂ ਮੈਗਨੀਫੇਰਾ ਇੰਡੀਕਾ ਕਹਾਂਗੇ,
क्लीयर है, ये जी गल्लां याद रखनी है। तो जिथे अपने पास आप सब तो पहला करैक्टराइजेशन, हुण तुहानूं पता ना करैक्टर की हुंदे ने, करैक्टर की हुंदे ने चिन्ह। तुहाडे करैक्टर की है, 2 अखां ने, 1 नक है, एक मतलब 1 मूँह है, 2 कंन है, ये हुंदे ने ना करैक्टर। तो बेसिकली एनिमल्स दे भी यही करैक्टर हुंदे। आइडेंटिफिकेशन, क्लासिफिकेशन, नोमेनक्लेचर, इट ऑल अंडरगोज इनटू बी द टैक्सोनॉमी। इज दैट क्लीयर? उस तो बाद बच्चे एक वर्ड है दैट इज सिस्टमैटिक। हुण जेह्ड़ी मैं डेफिनेशन दसी है वो डेफिनेशन तुहानूं क्लीयरली आनी चाहिए है, क्लीयर है। तो मैं तुहानूं प्रोवाइड तो बहुत कुछ कर सकती है, बट तुसीं अपना भी एफर्ट करो ना। अपना तुसीं नैट ते जाओ, हुण तुसीं बच्चे तो रहे नहीं हो, ठीक है, पढ़े लिखे बच्चे हो, अपने नैट ते जाओ, अपनी डेफिनेशनस नूं आइडेंटिफाई करके मैनूं दसो कि दीदी आह वाली डेफिनेशनस हैं। नेक्स्ट सिस्टमैटिक की होंगे, इट इज़ द वर्ड डिराइव्ड फ्रॉम द लैटिन वर्ड दैट इज सिस्टमा। लैटिन एक भाषा बच्चे, उस तो इन्होंने एक वर्ड लिया जिसका नाम है सिस्टमा। क्लियर है? सो इट मीन्स द सिस्टमैटिक, इट इज़ द अरेंजमेंट ऑफ ऑर्गेनिजम्स। सो द लैटिन वर्ड सिस्टमा नेचर, इट इज़ द टाइटल ऑफ पब्लिकेशन। द स्कोप ऑफ सिस्टमैटिक वाज लेटर इनहांस्ड। बस ये कुछ नहीं है, बस इस दे विच जस्ट की स्टडी ऑफ टैक्सोन, जिहदे विच आपां टैक्सोनमी की स्टडी करते हो उहनूं आपां बोलदे सिस्टमैटिक्स। ठीक है, ओके। हुण तुहाडा अज जो अपनी डेट है, आई डोंट नो, ठीक है, डेट कितनी है अज? हाँ 9 सितंबर नूं, है ना। ये तुहाडा इत्थों तक क्लीयर हो गया, तो तुहानूं सारे बच्चों नूं इत्थों तक आना चाहिए। कोई भी डाउट हो, कोई भी कुछ हो, मैनूं अपने ग्रुप के अंदर ही सेंड कर देना। क्लियर है? सो थैंक यू सो मच।